नमस्कार जी। फिर तो एजुकेशन वर्ड 'ਚ ਤੁਹਾਡਾ ਸਵਾਗਤ ਹੈ। ਸਾਇੰਸ ਅਤੇ ਟੈਕਨੋਲੋਜੀ ਦਾ ਨੈਕਸਟ ਲੈਕਚਰ ਲੈ ਕੇ ਅਸੀਂ ਫਿਰ ਹਾਜ਼ਰ ਹੋਏ ਹਾਂ। ਸੋ ਇਹ ਤੁਹਾਡੀ ਅਸਾਈਨਮੈਂਟ ਨੰਬਰ 7 ਹੈ, ਜਿਹਦੇ ਵਿੱਚ ਅਸੀਂ 161 ਔਨਵਰਡ ਸਟੱਡੀ ਆ ਉਹ ਕੁਐਸਚਨ ਕਰਾਂਗੇ। ਚਲੋ ਫਿਰ ਸਟਾਰਟ ਕਰਦੇ ਹਾਂ। ਕੁਐਸਚਨ ਨੰਬਰ 1 ਹੈ ਤੁਹਾਡਾ 161। The first equation of motion gives the relation between position and time, velocity and time, position and velocity ਤੇ velocity and acceleration। ਠੀਕ ਹੈ। ਸੋ ਇਹ ਚੀਜ਼ ਤੁਹਾਨੂੰ ਕਿੱਦਾਂ ਪਤਾ ਚੱਲੇਗੀ? ਫਰਸਟ ਇਕੁਏਸ਼ਨ ਆਫ ਮੋਸ਼ਨ ਸਭ ਤੋਂ ਪਹਿਲੇ ਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਹੈ ਕੀ ਹੈ। ਇਹ ਕੀ ਸੀਗੀ? v is equal to u plus at। v ਕੀ ਹੁੰਦੀ ਹੈ? ਤੁਹਾਡੀ ਫਾਈਨਲ ਵੈਲੋਸਿਟੀ। ਠੀਕ ਹੈ। u ਹੁੰਦੀ ਹੈ ਤੁਹਾਡੀ ਇਨੀਸ਼ੀਅਲ ਵੈਲੋਸਿਟੀ ਤੇ a ਹੁੰਦਾ ਹੈ ਐਕਸਲਰੇਸ਼ਨ, t ਹੁੰਦਾ ਹੈ ਤੁਹਾਡਾ ਟਾਈਮ। ਤੇ ਦੇਖੋ ਆਪਸ਼ਨਸ ਹੁਣ ਦੇਖਦੇ ਆ। ਇਹਦੇ ਚ ਦੇਖੋ ਵੈਲੋਸਿਟੀ ਹੈ, ਐਕਸਲਰੇਸ਼ਨ ਹੈ ਤੇ ਟਾਈਮ ਹੈ। ਅਤੇ ਐਕਸਲਰੇਸ਼ਨ ਦੀ ਤੇ ਕਿਤੇ ਗੱਲ ਨਹੀਂ ਕੀਤੀ। ਇਹਦਾ ਮਤਲਬ ਹੈ ਤੁਹਾਡਾ ਆਨਸਰ ਕੀ ਹੋਏਗਾ? ਵੈਲੋਸਿਟੀ ਤੇ ਟਾਈਮ ਜਿਹਦੇ ਵਿੱਚ ਆ ਰਿਹਾ ਹੈ। ਠੀਕ ਹੈ। ਤੇ ਇਹਦਾ ਮਤਲਬ ਤੁਹਾਡਾ ਆਨਸਰ ਕੀ ਹੋ ਗਿਆ? B। ਠੀਕ ਹੈ। ਨੈਕਸਟ ਕੁਐਸਚਨ 162। The second equation of motion gives relation between, so second equation ਤੁਹਾਡੀ ਕੀ ਹੁੰਦੀ ਹੈ? S is equal to ut plus half at square। ਠੀਕ ਹੈ। S ਤੁਹਾਡਾ ਕੀ ਹੁੰਦਾ ਹੈ? ਪੋਜੀਸ਼ਨ ਜਾਂ ਜਿਹਨੂੰ ਕਹਿੰਦੇ ਹੋ ਡਿਸਪਲੇਸਮੈਂਟ। ਠੀਕ ਹੈ। ਡਿਸਪਲੇਸਮੈਂਟ ਦਾ ਮਤਲਬ ਹੁੰਦਾ ਹੈ ਕਿ ਇੱਕ ਬਾਡੀ ਕਿੰਨਾ ਡਿਸਟੈਂਸ ਜਿਹੜਾ ਹੈ ਤੈਅ ਕਰਦੀ ਹੈ, ਇਹਨੂੰ ਅਸੀਂ ਕੀ ਕਹਿੰਦੇ ਹਾਂ? ਡਿਸਪਲੇਸਮੈਂਟ। ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾ ਕੇ ਜਿਹੜਾ ਹੈ ਪੋਜੀਸ਼ਨ ਚੇਂਜ ਕਰਦੀ ਹੈ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਡਿਸਪਲੇਸਮੈਂਟ। ਯੂ ਤੁਹਾਨੂੰ ਪਤਾ ਹੀ ਹੈ, ਹੁਣੇ ਦੱਸਿਆ, ਇਨੀਸ਼ੀਅਲ ਵੈਲੋਸਿਟੀ। ਠੀਕ ਹੈ। ਟੀ ਤੁਹਾਡਾ ਟਾਈਮ ਹੀ ਹੈ ਤੇ ਏ ਤੁਹਾਡਾ ਐਕਸਲਰੇਸ਼ਨ ਹੈ। ਹੁਣ ਤੁਸੀਂ ਆਪ ਦੇਖੋ ਇਹਦੇ ਵਿੱਚ ਕੀ ਹੈ? ਡਿਸਪਲੇਸਮੈਂਟ ਹੈ। ਠੀਕ ਹੈ। ਤੇ ਕੀ ਹੈ? ਟਾਈਮ। ਮੇਨ ਇਕੁਏਸ਼ਨ ਕਿਹਦੇ ਵਿੱਚ ਹੈ? ਇਕੁਏਸ਼ਨ ਡਿਸਪਲੇਸਮੈਂਟ ਐਂਡ ਟਾਈਮ, ਕਿਉਂਕਿ ਵੈਲੋਸਿਟੀ ਐਂਡ ਟਾਈਮ ਦੇ ਵਿੱਚ ਤੁਸੀਂ ਕੀ ਕੀਤਾ ਹੁਣੇ? ਆਪਸ਼ਨ ਫਰਸਟ ਇਕੁਏਸ਼ਨ। ਠੀਕ ਹੈ। ਸੋ ਇਹਦਾ ਆਨਸਰ ਕੀ ਹੋਏਗਾ? ਪੋਜੀਸ਼ਨ ਐਂਡ ਟਾਈਮ। ਠੀਕ ਹੈ। ਬੀ ਆਨਸਰ। ਅਗਲਾ ਕੁਐਸਚਨ ਤੁਹਾਡਾ which of the following quantity is measure of inertia। ਠੀਕ ਹੈ। ਸੋ ਇਨਰਸ਼ੀਆ ਨੂੰ ਕਿਹੜੀ ਚੀਜ਼ ਨਾਲ ਚ ਮੇਜਰ ਕਰਦੀ ਹੈ? ਆਪਸ਼ਨ 1 ਹੈ ਤੁਹਾਡਾ ਵੈਲੋਸਿਟੀ, ਦੂਜਾ ਹੈ ਐਕਸਲਰੇਸ਼ਨ, ਤੀਸਰਾ ਹੈ ਮਾਸ, ਚੌਥਾ ਹੈ weight। ਤੇ ਇਹਦੇ ਵਿੱਚ ਆਨਸਰ ਕੀ ਆਏਗਾ ਤੁਹਾਡਾ? ਮਾਸ। ਠੀਕ ਹੈ। ਜਿਹੜੀ ਚੀਜ਼ ਮੋਸ਼ਨ ਨਾਲ ਰਿਲੇਟਡ ਹੈ ਉਹ ਅਸੀਂ ਨਹੀਂ ਲਾਂਗੇ। ਵੈਲੋਸਿਟੀ ਕੀ ਹੁੰਦੀ ਹੈ? ਵੈਲੋਸਿਟੀ ਤੇ ਕੀ ਹੈ ਕਿ ਕੋਈ ਇੱਕ ਬਾਡੀ ਜਦੋਂ ਮੂਵ ਕਰੇਗੀ ਕਿੰਨੀ ਸਪੀਡ ਦੇ ਨਾਲ, ਉਹ ਕਿੰਨੀ ਤੇਜ਼ੀ ਦੇ ਨਾਲ ਉਹ ਜਾਂਦੀ ਹੈ, ਉਹਨੂੰ ਆਪਾਂ ਵੈਲੋਸਿਟੀ ਕਹਿੰਦੇ ਆ। ਤੇ ਰੇਟ ਆਫ ਚੇਂਜ ਆਫ ਵੈਲੋਸਿਟੀ ਨੂੰ ਆਪਾਂ ਐਕਸਲਰੇਸ਼ਨ ਕਹਿੰਦੇ ਆ। ਠੀਕ ਹੈ। ਤੇ weight ਹਮੇਸ਼ਾ ਹੀ ਕੀ ਹੁੰਦਾ ਹੈ? ਮਾਸ ਇਨਟੂ mg ਦੇ ਬਰਾਬਰ। ਠੀਕ ਹੈ। ਮਤਲਬ ਮਾਸ ਤੇ ਇਨਟੂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਉਹ ਅਸੀਂ ਲੈ ਲੈਂਦੇ ਆ ਇਹਦੇ ਚ। ਠੀਕ ਹੈ। ਤੇ ਆਨਸਰ ਕੀ ਆਏਗਾ ਇਹਦਾ? ਮਾਸ। ਅਗਲਾ ਕੁਐਸਚਨ ਹੈ, ਐਨ ਐਥਲੀਟ ਰਨਸ ਬਿਫੋਰ ਲੌਂਗ ਜੰਪ ਟੂ ਗੈਟ ਐਡਵਾਂਟੇਜ ਔਨ। ਕਹਿੰਦਾ ਕੋਈ ਵੀ ਐਥਲੀਟ ਹੈ, ਠੀਕ ਹੈ, ਜਦੋਂ ਉਹ ਲੌਂਗ ਜੰਪ ਕਰਨਾ ਹੈ, ਉਹ ਦੌੜ ਕੇ ਆਉਂਦਾ ਹੈ ਤੇ ਫਿਰ ਲੌਂਗ ਜੰਪ ਕਰਦਾ ਹੈ। ਠੀਕ ਹੈ। ਕਹਿੰਦੇ ਇਹ ਕਿਹੜੀ ਚੀਜ਼ ਨੂੰ ਡਿਨੋਟ ਕਰ ਰਹੀ ਹੈ? ਇਨਰਸ਼ੀਆ ਆਫ ਮੋਸ਼ਨ ਨੂੰ, ਫ੍ਰਿਕਸ਼ਨਲ ਫੋਰਸ ਨੂੰ, ਮੂਵਮੈਂਟ ਆਫ ਫੋਰਸ ਨੂੰ, ਕਿ ਪ੍ਰਿੰਸੀਪਲ ਆਫ ਮੂਵਮੈਂਟਸ ਨੂੰ। तो ਇਹਦਾ ਆਨਸਰ ਕੀ ਹੈ? ਇਨਰਸ਼ੀਆ ਆਫ ਮੋਸ਼ਨ। ਠੀਕ ਹੈ। ਇਨਰਸ਼ੀਆ ਆਫ ਮੋਸ਼ਨ, ਇਹ ਇਹਦਾ ਆਨਸਰ ਹੈ। ਅੱਗੇ ਕੁਐਸਚਨ, ਨਿਊਟਨਸ ਫਰਸਟ ਲਾਅ ਇਜ਼ ਨੋਨ ਐਜ਼। ਹੁਣ ਦੇਖੋ ਤੁਸੀਂ ਇਹ ਸਾਰਾ ਕੁਝ ਤੁਸੀਂ ਕੀ ਕੀਤਾ? ਇਨਰਸ਼ੀਆ ਦੇ ਉੱਪਰ ਬੇਸ ਕੀਤਾ। ਤੇ ਨਿਊਟਨ ਦਾ ਪਹਿਲਾ ਲਾਅ ਹੀ ਕੀ ਹੈ? ਲਾਅ ਆਫ ਇਨਰਸ਼ੀਆ ਤੇ ਬੇਸਡ ਹੈ। ਇਹ ਕੀ ਕਹਿੰਦਾ ਹੈ? ਅ ਬੋਡੀ ਐਟ ਰੈਸਟ ਰਿਮੇਨਸ ਐਟ ਰੈਸਟ ਐਂਡ ਅ ਬੋਡੀ ਇਨ ਮੋਸ਼ਨ remains in motion unless an external agency or force acts on this to change that state। ਕਹਿੰਦਾ ਕਿ ਕੋਈ ਵੀ ਚੀਜ਼ ਖੜੀ ਹੈ ਤੇ ਖੜੀ ਰਹੇਗੀ, ਚਲਦੀ ਹੈ ਤੇ ਚਲਦੀ ਰਹੇਗੀ। ਠੀਕ ਹੈ। ਜਦੋਂ ਤੱਕ ਉਹਦੇ ਤੇ ਅਸੀਂ ਕੋਈ ਫੋਰਸ ਅਪਲਾਈ ਕਰਕੇ ਉਹਨੂੰ ਜਿਹੜੀ ਖੜੀ ਚੀਜ਼ ਹੈ ਉਹਨੂੰ ਚਲਾਈਏ ਨਾ, ਤੇ ਜਿਹੜੀ ਚਲਦੀ ਚੀਜ਼ ਆ ਉਹਨੂੰ ਅਸੀਂ ਰੋਕੀਏ ਨਾ। ਠੀਕ ਹੈ। ਸੋ ਲਾਅ ਆਫ ਇਨਰਸ਼ੀਆ ਕਹਿੰਦੇ ਆ ਇਸ ਵਿੱਚ। ਲੀਨੀਅਰ ਮੋਮੈਂਟਮ ਇਜ਼ ਇਕੁਅਲ ਟੂ, ਅਗਲਾ ਕੁਐਸਚਨ ਹੈ ਤੁਹਾਡਾ, ਲੀਨੀਅਰ ਮੋਮੈਂਟਮ ਇਜ਼ ਇਕੁਅਲ ਟੂ ਮਾਸ ਇਨਟੂ ਵੈਲੋਸਿਟੀ। ਲੀਨੀਅਰ ਮੋਮੈਂਟਮ ਨੂੰ ਅਸੀਂ p ਦੇ ਨਾਲ ਡਿਨੋਟ ਕਰਨੇ ਆ, ਤੇ ਪਹਿਲੇ ਵੀ ਦੱਸਿਆ ਸੀਗਾ ਇਹਦਾ ਫਾਰਮੂਲਾ ਕੀ ਹੁੰਦਾ? ਮਾਸ ਇਨਟੂ ਵੈਲੋਸਿਟੀ। ਤੇ ਤੁਹਾਡਾ ਸਹੀ ਆਨਸਰ ਕੀ ਹੋ ਗਿਆ? A।
अगला क्वेश्चन है, अ बॉडी ऑफ मास 8 किलोग्राम इज मूविंग विद वेलोसिटी ऑफ 8 किलोग्राम मास है, सो मास m लिख लेने 8 kg, वेलोसिटी यदि कितनी है 4 मीटर पर सेकंड, तो कहता है मोमेंटम कढो। उन्हें तुसी करके हटियो कि मोमेंटम का फॉर्मूला की है मास इंटू वेलोसिटी, सो 8 इंटू 4, आंसर कितना आ गया 32, यूनिट्स की हो जाएंगे किलोग्राम मीटर पर सेकंड। ठीक है, तो आंसर देखो केड़ा हो गया ਤੁਹਾਡਾ सी। नेक्स्ट क्वेश्चन 168, अ बॉडी ऑफ मास 4 किलोग्राम, मास देता है ਤੁਹਾਨੂੰ 4 किलोग्राम, एक्सेलरेट्स फ्रॉम 15 मीटर पर सेकंड टू 25 मीटर पर सेकंड, ਇਹਦਾ मतलब मूव कर रही है। ठीक है, तो यदि इनिशियल वेलोसिटी ਅਸੀਂ ਕੀ ਲੈ ਲੈਣੇ ਨੂੰ मैं v1 लिख ਲੈਣੀ ਆ कि है 15 मीटर पर सेकंड, ਤੇ ਜਿਹੜੀ दूसरी वेलोसिटी है v2 ਇਹ ਕਿੰਨੀ है 25 मीटर पर सेकंड, टाइम कितना लगा है 5 सेकंड। ठीक है, ड्यू टू एप्लीकेशन ऑफ ए फोर्स ऑन इट, जो फोर्स अप्लाई की ਤੇ ਇਹਦੀ ਵੈਲੋਸਿਟੀ ਜਿਹੜੀ ਆ 15 ਤੋਂ 25 ਹੋ ਗਈ 5 ਸੈਕਿੰਡ ਦੇ ਵਿੱਚ। ਕਹਿੰਦਾ ਕੈਲਕੂਲੇਟ ਮੈਗਨੀਟਿਊਡ ਆਫ ਦਿਸ ਫੋਰਸ, ਇਹਦਾ ਮਤਲਬ ਮੈਂ ਕੀ ਕਰਨੀ ਆ ਫੋਰਸ। ਫੋਰਸ ਦਾ ਫਾਰਮੂਲਾ ਪਤਾ ਸਾਨੂੰ ਕੀ ਹੁੰਦਾ F = ma, ਮਾਸ ਇਨਟੂ ਐਕਸਲਰੇਸ਼ਨ, ਬਟ ਮੈਨੂੰ ਐਕਸਲਰੇਸ਼ਨ ਨਹੀਂ ਪਤਾ। ਐਕਸਲਰੇਸ਼ਨ ਕੀ ਹੁੰਦਾ ਹੈ फाइनल वेलोसिटी माइनस इनिशियल वेलोसिटी डिवाइडेड बाय टाइम, रेट ऑफ चेंज ऑफ वेलोसिटी। तो पहले ਅਸੀਂ यही कर ਲੈਂਦੇ ਆ v2 ਤੁਹਾਡਾ कितना 25 माइनस v1 कितना 15, t कितना ਤੁਹਾਡਾ 5 सेकंड, सो 25 ਚੋਂ 15 गए 10 डिवाइडेड बाय 5, ਇਹ ਕੀ ਆ ਗਿਆ 2 मीटर पर सेकंड स्क्वायर, ਇਹਦੇ यूनिट्स ਹੁੰਦੇ ਆ एक्सेलरेशन ਦੇ। ਹੁਣ ਇਹ ਵੈਲਿਊ ਇਹਦੇ ਚ ਪੁੱਟ ਕਰ ਦੋ, सो फोर्स = मास कितना 4 इंटू एक्सेलेरेशन कितना आ गया 2, सो 8, फोर्स दे यूनिट्स की होंगे न्यूटन। ठीक है, सो तुहाडा आंसर की आ गया बी। ओके, नेक्स्ट क्वेश्चन 169, इफ अ प्लेन फ्लाइज अ डिस्टेंस ऑफ 4000 मीटर, सो डिस्टेंस नो एस दे नाल डिनोट करते हैं, 4000 मीटर कहता प्लेन डिस्टेंस कवर कर रहा है, ਤੇ ਇਹਦੇ ਤੇ ਕੰਮ ਕਿੰਨਾ ਹੋ ਰਿਹਾ ਕੰਮ, ਵਰਕ ਡਨ ਨੂੰ ਅਸੀਂ W ਨਾਲ ਰਿਪਰੈਜ਼ੈਂਟ ਕਰਨੇ ਆ 20000 ਜਾਊਲ, ਤੇ ਕਹਿੰਦਾ ਫੋਰਸ ਅਪਲਾਈਡ ਇਹਦੇ ਤੇ ਕਿੰਨੀ ਹੋਏਗੀ। ਸਭ ਤੋਂ ਪਹਿਲੇ ਤੇ ਸਾਨੂੰ ਇਹ ਤਿੰਨਾਂ ਦੇ ਵਿੱਚ ਰਿਲੇਸ਼ਨ ਦੇਖਣਾ ਪਏਗਾ ਕੀ ਹੁੰਦਾ ਹੈ। ਵਰਕ ਡਨ ਹਮੇਸ਼ਾ ਕਿਤੇ ਬਰਾਬਰ ਹੁੰਦਾ ਫੋਰਸ ਇਨਟੂ ਡਿਸਟੈਂਸ ਦੇ, ਸੋ ਫੋਰਸ ਅਸੀਂ ਕੱਢਣੀ ਹੈ, ਜਿਹੜੀ ਚੀਜ਼ ਕੱਢਣੀ ਹੈ ਉਹਨੂੰ ਲੈਫਟ ਸਾਈਡ ਤੇ ਲੈ ਜਾਓ, ਤੇ ਇਹ ਕਿਤੇ ਬਰਾਬਰ ਆ ਗਿਆ W/S, ਤੇ ਫਾਰਮੂਲਾ ਵੈਲਿਊ ਪੁੱਟ ਕਰ ਦੋ 20,000 डिवाइडेड बाय 4000। ठीक है, तो आंसर तुहाडा कितना आ गया 5, फोर्स दे यूनिट तुहानू दस्से ही है की होंदे आ न्यूटन, सो यह तुहाडा आंसर हो गया, ते इत्थे ऑप्शन तुहाडा की आ गया सी। अगला क्वेश्चन है, द वर्क डन बाय एन ऑब्जेक्ट इज 56 जाउल, वर्क डन तुहानू देता 56 जाउल, W दे नाल रिप्रेजेंट करांगे, force exerted on it is F = 7 न्यूटन, find the displacement S करनी है। हुणे तुसी करके हटे हो W किदे बराबर फोर्स इनटू डिस्टेंस दे, S करना है, तो हुण की हो गया W डिवाइडेड बाय F, W तुहाडा आ गया 56, F आ गया 7, इनू कट दो 8 ते चला गया, ते 8 तुहाडा आंसर आ गया, क्योंकि यह डिस्टेंस है, यह जाउल च है, न्यूटन च है, ते इहदा आंसर क्या आएगा 8 मीटर। ठीक है, सो आंसर ए। नेक्स्ट क्वेश्चन, एटॉमिक थ्योरी ऑफ मैटर वाज गिवन बाय, एटॉमिक थ्योरी जड़ी है मैटर दी वो किन्ने दित्ती सीगी, एटॉमिक थ्योरी ऑफ मैटर सब तो पहले किन्ने दित्ती सीगी डाल्टन ने। ठीक है, ते ऐसी याद रख लेना है कि ये किन्ने दित्ती सीगी डाल्टन। अगले क्वेश्चन ते चलते हैं, विच ऑफ द फॉलोइंग एलिमेंट डज नॉट कंटेन न्यूट्रॉन्स। हुण देखो न्यूट्रॉन्स कढ़ने है ना, कोई भी एलिमेंट है उहदे च इलैक्ट्रॉन होंदे है, प्रोटॉन होंदे है, ते न्यूट्रॉन्स होंदे है। उन्हां नूं असीं कैलकुलेट किद्दां करदे हां, एटॉमिक नंबर जिन्हों असीं Z दे नाल डिनोट करदे हां, इह किहदे बराबर हुंदा है, दिस इज इक्वल टू नंबर ऑफ प्रोटॉन्स, जिहड़ा किहदे बराबर होएगा हमेशा नंबर ऑफ इलैक्ट्रॉन्स से, क्योंकि पॉजिटिव ते नैगेटिव चार्ज हमेशा ही बैलेंस्ड होंदे हैं। ठीक है, ते दूसरा हुंदा है एटॉमिक मास या मास नंबर, जिन्हों कहते हो मास नंबर भी कहने इनू, एटॉमिक मास भी कहने, इनू असी ए दे नाल डिनोट करते हैं,
ਇਹ ਕਿਦੇ ਬਰਾਬਰ ਹੁੰਦਾ ਸਮ ਆਫ ਪ੍ਰੋਟੋਨ ਪਲਸ ਨਿਊਟ੍ਰੋਨ। ਵੈਸੇ ਇਹ ਕੀ ਹੁੰਦਾ ਮਾਸ ਆਫ ਨਿਊਕਲੀਅਸ, ਕਿਉਂਕਿ ਨਿਊਟ੍ਰੋਨ ਤੇ ਪ੍ਰੋਟੋਨ ਦੋਨੋਂ ਹੀ ਕਿਦੇ ਵਿੱਚ ਹੁੰਦੇ ਆ ਨਿਊਕਲੀਅਸ ਦੇ ਅੰਦਰ। ਠੀਕ ਹੈ, ਇਹਨੂੰ ਕਲੈਕਟਿਵਲੀ ਆਪਾਂ ਨਿਊਕਲੀਓਨ ਵੀ ਕਹਿੰਦੇ ਆ। ठीक है, हुण प्रोटोन ते न्यूट्रॉन मास नंबर ਇਹਦੇ बराबर है ते ਆਪਾਂ ਕੱਢਨੇ ਆ ਨਿਊਟ੍ਰॉन्स ਤੇ ਕਿਦੇ ਬਰਾਬਰ ਹੋ ਗਏ ਨਿਊਟ੍ਰॉन्स मास नंबर A माइनस Z ਦੇ। ठीक है, ਇਹਦੇ ਬਰਾਬਰ। ਹੁਣ ਇੱਥੇ ਅਸੀਂ ਕੈਲਕੂਲੇਟ ਕਰਨਾ ਹੈ ਆਕਸੀਜਨ ਜਿਹੜਾ ਵਾ ਨਾ ਇਹਨੂੰ ਅਸੀਂ ਇਦਾਂ ਰਿਪਰੈਜ਼ੈਂਟ ਕਰਨੇ ਆ ਇੱਥੇ 8 ਇੱਥੇ 16। ਇਹ ਉੱਪਰ ਤੁਹਾਡਾ ਐਟੋਮਿਕ ਮਾਸ ਹੁੰਦਾ ਹੈ ਜਾਂ ਮਾਸ ਨੰਬਰ ਹੁੰਦਾ ਹੈ, ਨੀਚੇ ਹੁੰਦਾ ਹੈ ਐਟੋਮਿਕ ਨੰਬਰ। मतलब है Z है, this is A, sorry, this is Z। ठीक है, तो इस केस च Z A माइनस Z किदे बराबर हो गया 16 माइनस 8 8। ਇਹਦਾ मतलब ਇਹਦੇ ਚ 8 ਨਿਊਟ੍ਰॉन्स है। नाइट्रोजन ਦੀ ਜੇ ਅਸੀਂ ਗੱਲ ਕਰੀਏ नाइट्रोजन ਹੁੰਦਾ 7 14 ਤੇ 14 ਚੋਂ 7 ਮਾਈਨਸ ਕਰੋਗੇ ਇਹਦੇ ਚ 7 ਨਿਊਟ੍ਰॉन्स ਆ ਗਏ। ਹਾਈਡਰੋਜਨ ਦੀ ਜੇ ਅਸੀਂ ਗੱਲ ਕਰੀਏ ਹਾਈਡਰੋਜਨ ਦੇ 3 ਆਈਸੋਟੋਪ ਹੁੰਦੇ ਆ 1H1 1H2 1H3। ठीक है, ਇਹਨੂੰ ਅਸੀਂ ਕਹਿੰਦੇ ਆ ਪ੍ਰੋਟੀਅਮ। ठीक है, ਇਹਨੂੰ ਅਸੀਂ ਕਹਿੰਦੇ ਆ ਡਿਊਟੀਰੀਅਮ ਇਹਨੂੰ ਅਸੀਂ ਕਹਿੰਦੇ ਆ ਟ੍ਰੀਟੀਅਮ। ठीक है, ਤੇ ਸਿਰਫ ਇਹ ਪ੍ਰੋਟੀਅਮ ਹੈ ਜਿਹਦੇ ਵਿੱਚ 1 ਤੇ 1। ठीक है, ਦੋਨੋਂ ਹੈ। ਇਹਦਾ ਮਤਲਬ ਹੈ ਕਿ ਇਹਦੇ ਵਿੱਚ ਨਿਊਟ੍ਰॉन्स ਜਿਹੜਾ ਕੀ ਹੋ ਗਿਆ 1 1 0 ਦੇ ਬਰਾਬਰ ਹੈ। ਇਹਦੇ ਚ ਕਰੋਗੇ ਤੇ 1 ਹੈ, ਇਹਦੇ ਚ ਕਰੋਗੇ ਤੇ 2 ਹੈ। ਇਹਦਾ ਮਤਲਬ ਹਾਈਡਰੋਜਨ ਇੱਕ ਐਸਾ ਐਲੀਮੈਂਟ ਹੈ ਜਿਹਦੇ ਵਿੱਚ ਕਿਹੜਾ ਇਹਦਾ ਆਈਸੋਟੋਪ ਪ੍ਰੋਟੀਅਮ, ਉਹਦੇ ਵਿੱਚ ਨਿਊਟ੍ਰॉन ਕੀ ਹੁੰਦਾ ਹੈ 0। ਇਹ ਤੁਹਾਡਾ ਆਨਸਰ ਹੈ, ਸਹੀ ਆਨਸਰ ਹਾਈਡਰੋਜਨ। ਠੀਕ ਹੈ, ਨੈਕਸਟ ਕੁਐਸਚਨ 173 ਚਾਰਜ ਔਨ ਪ੍ਰੋਟੋਨ ਇਜ਼ ਇਕੁਅਲ ਟੂ ਦਾ ਚਾਰਜ ਔਨ। ਹੁਣ ਸਭ ਤੋਂ ਪਹਿਲੇ ਤੁਸੀਂ ਸਾਰਿਆਂ ਤੇ ਚਾਰਜ ਦੇਖ ਲੈਂਦੇ ਆ ਕਿਹਦਾ ਬਰਾਬਰ। ਪ੍ਰੋਟੋਨ ਤੇ ਚਾਰਜ ਹੁੰਦਾ ਹੈ +1 ਯੂਨਿਟ, ਇਲੈਕਟ੍ਰੋਨ ਤੇ ਚਾਰਜ ਹੁੰਦਾ ਹੈ -1 ਯੂਨਿਟ, ਪੋਜ਼ਿਟਰੋਨ ਤੇ ਚਾਰਜ ਹੁੰਦਾ ਹੈ +1 ਯੂਨਿਟ, ਨਿਊਟ੍ਰੋਨ ਨਿਊਟਰਲ ਹੁੰਦਾ ਹੈ नो चार्ज, अल्फा पार्टिकल ते चार्ज होता है +2। ठीक है, तो फिर उन्हें की पूछा चार्ज ऑन प्रोटॉन इज इक्वल टू द चार्ज ऑन, आंसर किया गया पॉजिट्रॉन। एटॉमिक मास ऑफ एन एलिमेंट, नेक्स्ट क्वेश्चन है एटॉमिक मास ऑफ एन एलिमेंट इज इक्वल टू सम ऑफ द नंबर ऑफ, मैं तुहानू हुणे करवा के हटी है किदे बराबर प्रोटॉन प्लस न्यूट्रॉन्स के बराबर। ठीक है, तो आंसर की हो गया तुहाडा बी। हु इज द फाउंडर ऑफ क्वांटम थ्योरी ऑफ रेडिएशन। सो क्वांटम थ्योरी ऑफ रेडिएशन ਨੂੰ ਅਸੀਂ प्लैंक्स क्वांटम थ्योरी ਕਹਿੰਦੇ ਆ। सो ਇਹ मैक्स प्लैंक ਸੀਗਾ जिन्हें ਇਹ रिलेशनशिप ਦਿੱਤਾ। ਇਹਨੇ ਕੀ रिलेशनशिप ਦਿੱਤਾ एनर्जी ऑफ फोटोन इज इक्वल टू या डायरेक्टली प्रोपोर्शनल टू फ्रीक्वेंसी ऑफ द इमिटेड रेडिएशन। ठीक है, ਤੇ ਜਿਹੜਾ h ਸੀਗਾ ਇਹ ਕੀ ਸੀਗਾ प्लैंक्स कांस्टेंट, ਤੇ ਇਹਨੂੰ ਅਸੀਂ ਇਦਾਂ ਵੀ ਲਿਖਦੇ ਆ ਫ੍ਰੀਕੁਐਂਸੀ ਅੱਗੇ ਕਿਹਦੇ ਬਰਾਬਰ ਹੁੰਦੀ ਹੈ c/λ ਦੇ। ਇਹ ਕੀ ਹੈ ਫ੍ਰੀਕੁਐਂਸੀ ਹੈ। ठीक है, यह वेलोसिटी ऑफ लाइट है जड़ी किदे बराबर होंदी है भी फिक्स्ड होंदी है, सिर्फ ਇਹਦੇ ਚ चेंज की होना है लैम्डा। ठीक है, वेलोसिटी ऑफ लाइट है जड़ी की फिक्स्ड होंदी है 3 × 10⁸ मीटर पर सेकंड। ठीक है, ते h की होंदा प्लैंक्स कांस्टेंट। ठीक है, जिदी वैल्यू कितनी होंदी है 6.63 × 10⁻34 जूल सेकंड। ठीक है, सिर्फ ਇਹਦੇ ਚ ਕੀ ਚੇਂਜ ਹੁੰਦਾ ਹੈ ਕਹਿੰਦਾ ਵੇਵਲੈਂਥ। ठीक है, ਤੇ ਜਿੰਨੀ ਵੇਵਲੈਂਥ ਜ਼ਿਆਦਾ ਹੋਏਗੀ, ਕਿਉਂਕਿ ਦੇਖੋ એનર્ਜੀ ਤੇ ਵੇਵਲੈਂਥ ਦਾ ਰਿਲੇਸ਼ਨਸ਼ਿਪ ਇੱਥੇ ਕੀ ਆ ਰਿਹਾ ਇਨਵਰਸਲੀ ਪ੍ਰੋਪੋਰਸ਼ਨਲ, ਤੇ ਜਿੰਨੀ ਵੇਵਲੈਂਥ ਜ਼ਿਆਦਾ ਹੋਏਗੀ ਉਨੀ એનર્ਜੀ ਘੱਟ ਹੋਏਗੀ। ठीक है, नेक्स्ट क्वेश्चन द प्लम पुडिंग मॉडल ऑफ एन एलिमेंट वाज गिवन बाय। प्लम पुडिंग मॉडल च की सीगा उन्हें की क्या सीगा कि नेगेटिवली चार्ज पार्टिकल्स, जिन्ने भी नेगेटिवली चार्ज पार्टिकल है वो पॉजिटिवली चार्जड स्फीयर दे विच जड़े आ वो इंबैडेड है। जिन्ना चार्ज ऊपर है ना, मैं इत्थे 3 ते 3 6 बनाए हैं, मतलब मैं इत्थे 2 नैगेटिव और बनावांगी क्योंकि पॉजिटिव ते नेगेटिव चार्ज इन्हां दा की रहेगा बराबर। कहंदा नेगेटिवली चार्ज पार्टिकल्स आर इंबैडेड इन पॉजिटिवली चार्ज स्फीयर लाइक प्लम्स इन द पुडिंग। ठीक है, सो पुडिंग ਦੇ ਵਿੱਚ ਜਿੱਦਾਂ ਪਲਮਸ ਲੱਗੇ ਹੁੰਦੇ ਆ ਨਾ, ਕਹਿੰਦੇ ਉਦਾਂ ਨੈਗੇਟਿਵਲੀ ਚਾਰਜ ਪਾਰਟੀਕਲਸ ਵਿੱਚ ਦਿਖਾਈ ਦਿੰਦੇ ਆ, ਤਾਂ ਹੀ ਇਹਨੂੰ ਅਸੀਂ ਪਲਮ ਪੁਡਿੰਗ ਮਾਡਲ ਕਹਿੰਦੇ ਆ। ਠੀਕ ਹੈ, ਤੇ ਇਹ ਕਿੰਨੇ ਦਿੱਤਾ ਸੀਗਾ ਜੇ ਥੌਮਸਨ ਨੇ। ਨੈਕਸਟ ਰੂਦਰਫੋਰਡ ਸਕੈਟਰਿੰਗ ਐਕਸਪੈਰੀਮੈਂਟ
प्रूव्ड रुदरफोर्ड ਸਕੈਟਰਿੰਗ ਐਕਸਪੈਰੀਮੈਂਟ ਨੇ ਕਿਹਦੀ ਡਿਸਕਵਰੀ ਕੀਤੀ ਸੀ ਨਿਊਕਲੀਅਸ ਦੀ ਠੀਕ ਹੈ ਤੇ ਯਾਦ ਰੱਖੋ ਨਿਊਕਲੀਅਸ ਇਨ ਐਟਮਸ next question what are the maximum number of electrons that can be present in a shell represented by shell number n ਹੁਣ ਤੁਸੀਂ ਦੇਖੋ ਆ ਨਿਊਕਲੀਅਸ ਹੈ ਇਹ ਤੁਹਾਡਾ ਪਹਿਲਾ ਸ਼ੈਲ ਇਹ ਬੋਹਰ ਨੇ ਦਿੱਤਾ ਸੀਗਾ ਮਾਡਲ ਹੈ ਦੂਸਰਾ ਸ਼ੈਲ ਇਹ ਤੀਸਰਾ ਸ਼ੈਲ ਇਹ ਚੌਥਾ ਸ਼ੈਲ ਇਹਨੂੰ ਅਸੀਂ ਕਹਿੰਦੇ ਆ k ਇਹਨੂੰ ਕਹਿੰਦੇ ਆ l ਇਹਨੂੰ ਕਹਿੰਦੇ ਆ m ਇਹਨੂੰ ਕਹਿੰਦੇ ਆ n ਠੀਕ ਹੈ ਜਿਹੜਾ ਪਹਿਲਾ ਸ਼ੈਲ ਹੈ ਉੱਥੇ n ਦੀ ਵੈਲਿਊ 1 ਦੂਸਰੇ ਸ਼ੈਲ 'ਚ n ਦੀ ਵੈਲਿਊ ਹੈ 2 ਤੀਸਰੇ 'ਚ 3 ਚੌਥੇ 'ਚ 4 ਠੀਕ ਹੈ ਤੇ ਨੰਬਰ ਆਫ ਇਲੈਕਟ੍ਰੋਨਸ ਨੂੰ ਅਸੀਂ ਕਿੱਦਾਂ ਕੈਲਕੂਲੇਟ ਕਰਦੇ ਆ this is equal to ਕਿਸੇ ਵੀ ਸ਼ੈਲ ਦੇ ਵਿੱਚ number of electrons in shell particular shell ਜੇ ਕਹੇ ਸਾਨੂੰ k ਸ਼ੈਲ ਦੇ ਵਿੱਚ ਕਿੰਨੇ ਹੈ ਤੇ ਇਹ ਕਿਹਦੇ ਬਰਾਬਰ ਹੈ 2n ਸਕੁਆਇਰ ਦੇ ਬਰਾਬਰ ਮੈਂ ਇੱਕ ਐਗਜ਼ਾਮਪਲ ਲੈ ਲੈਣੀ ਆ k ਸ਼ੈਲ k ਸ਼ੈਲ ਦੇ ਵਿੱਚ n ਦੀ ਵੈਲਿਊ 1 ਇਹਦੇ ਚ ਪੁੱਟ ਕਰੋਗੇ ਤੇ ਨੰਬਰ ਆਫ ਇਲੈਕਟ੍ਰੋਨਸ ਕਿੰਨੇ ਆ ਗਏ 2 into 1 ਦਾ ਸਕੁਆਇਰ 2 ਇਹਦਾ ਮਤਲਬ ਪਹਿਲੇ ਸ਼ੈਲ ਦੇ ਵਿੱਚ ਮੈਕਸਿਮਮ ਕਿੰਨੇ ਇਲੈਕਟ੍ਰੋਨਸ ਹੋ ਸਕਦੇ ਆ ਸਿਰਫ 2 ਠੀਕ ਹੈ ਐਂਡ ਸੋ ਔਨ ਤੁਸੀਂ ਪੁੱਟ ਕਰ ਸਕਦੇ ਹੋ ਵੈਲਿਊਜ਼ ਤੇ ਕੈਲਕੂਲੇਟ ਕਰ ਸਕਦੇ ਹੋ ਆਨਸਰ ਤੇ ਇਹਦਾ ਆਨਸਰ ਫਿਰ ਕੀ ਹੋ ਗਿਆ ਮੈਕਸਿਮਮ ਨੰਬਰ ਆਫ ਇਲੈਕਟ੍ਰੋਨਸ in a shell is represented by 2n square ਇਹਦਾ ਫਾਰਮੂਲਾ ਇਹਨੂੰ ਯਾਦ ਰੱਖੋ ਇਹਦੇ ਨਾਲ ਤੁਸੀਂ ਕਿਸੇ ਵੀ ਸ਼ੈਲ ਦੀ ਵੈਲਿਊ ਕੈਲਕੂਲੇਟ ਕਰ ਸਕਦੇ ਹੋ the maximum number of electrons in an shell ਦੇਖੋ ਆ ਗਿਆ ਅਗਲਾ ਕੁਐਸਚਨ ਤੁਹਾਡਾ ਇਹਦੇ ਤੇ ਹੀ ਹੁਣ ਤੁਹਾਨੂੰ ਕੀ ਦੱਸਿਆ ਸੀਗਾ k l m n ਇਹਦੇ ਚ n ਦੀ ਵੈਲਿਊ 1 ਹੈ ਇਹਦੇ ਚ 2 ਹੈ ਇਹਦੇ ਚ 3 ਹੈ ਇਹਦੇ ਚ 4 ਹੈ ਇਹਦਾ ਮਤਲਬ ਮੈਂ ਇਹਦੇ ਚ n ਦੀ ਵੈਲਿਊ ਕੀ ਪੁੱਟ ਕਰਨੀ ਹੈ 2 4 ਤੇ ਮੇਰਾ ਫਾਰਮੂਲਾ ਕੀ ਹੈ 2n ਸਕੁਆਇਰ ਨੰਬਰ ਆਫ ਇਲੈਕਟ੍ਰੋਨਸ ਨਿਕਾਲਣ ਦਾ ਠੀਕ ਹੈ ਤੇ ਫਾਰਮੂਲੇ ਚ ਵੈਲਿਊ ਪੁੱਟ ਕਰ ਦੋ 2 4 ਦਾ ਸਕੁਆਇਰ 4 4 ਦਾ 16 2 ਦਾ 32 ਠੀਕ ਹੈ ਤਾਂ ਤੁਹਾਡਾ ਆਨਸਰ ਕੀ ਆ ਗਿਆ 32 ਦੇਖੋ ਮੈਂ ਤੁਹਾਨੂੰ ਪਹਿਲੇ ਇਹ ਸਿਖਾਤਾ ਸੀਗਾ ਤੇ ਕੁਝ ਵੀ ਪੁੱਛ ਸਕਦਾ ਹੈ ਕਿਸੇ ਵੀ ਸ਼ੈਲ ਦਾ ਪੁੱਛ ਸਕਦਾ ਹੈ ਬਸ ਫਾਰਮੂਲਾ ਯਾਦ ਰੱਖਿਓ ਕਿ ਕੀ ਹੁੰਦਾ ਹੈ 2n ਸਕੁਆਇਰ ਨੈਕਸਟ ਕੁਐਸਚਨ ਇਨ ਵਿਚ ਆਫ ਦਾ ਫੋਲੋਇੰਗ ਪੇਅਰਸ are the isoelectronic coins isoelectronic coins ਕੀ ਹੁੰਦੇ ਆ having same number of electrons ਠੀਕ ਹੈ having same number of electrons ਜਿਨ੍ਹਾਂ ਚ number of electrons same ਹੋਣ ਹੁਣ ਦੇਖੋ ਪਹਿਲਾ ਪੇਅਰ ਲੈ ਲੈਂਦੇ ਆ Mg+2 ਮੈਗਨੀਸ਼ੀਅਮ ਦਾ ਐਟੋਮਿਕ ਨੰਬਰ ਹੁੰਦਾ 12 ਐਟੋਮਿਕ ਨੰਬਰ ਦਾ ਮਤਲਬ ਹੀ ਕੀ ਹੈ ਇਹ ਕਿਹਦੇ ਬਰਾਬਰ ਹੈ ਇਹਦੇ ਚ ਇਲੈਕਟ੍ਰੋਨਸ ਕਿੰਨੇ ਆ 12 +2 ਦਾ ਮਤਲਬ ਹੈ ਇਹਨੇ 2 ਇਲੈਕਟ੍ਰੋਨ ਲੂਜ਼ ਕਰਤੇ ਤੇ ਇਹਦੇ ਚ ਕਿੰਨੇ ਆ ਗਏ 10 ਠੀਕ ਹੈ ਤੇ ਆਰਗੋਨ ਜਿਹੜਾ ਉਹਦੇ ਚ ਟੋਟਲ ਉਹਦੇ ਚ ਕੋਈ ਚਾਰਜ ਨਹੀਂ ਹੈ ਆਰਗੋਨ ਦਾ ਐਟੋਮਿਕ ਨੰਬਰ 18 ਉਹਦੇ ਚ 18 ਇਲੈਕਟ੍ਰੋਨਸ ਹੁੰਦੇ ਆ ਠੀਕ ਹੈ ਤੇ ਇਹਦਾ ਮਤਲਬ ਪਹਿਲਾ ਵਾਲਾ ਆਪਸ਼ਨ ਤੇ ਤੁਹਾਡਾ ਗਲਤ ਹੋ ਗਿਆ ਦੂਸਰੇ ਆਪਸ਼ਨ ਤੇ ਚੱਲਦੇ ਆ ਸੋਡੀਅਮ Na+ ਸੋਡੀਅਮ ਦਾ ਐਟੋਮਿਕ ਨੰਬਰ 11 ਠੀਕ ਹੈ ਤੇ +1 ਦਾ ਮਤਲਬ ਹੈ ਇੱਕ ਇਲੈਕਟ੍ਰੋਨ ਨੇ ਲੂਜ਼ ਕਰਤਾ ਕਿੰਨੇ ਆ ਗਏ 10 ਤੇ O-2 ਆਕਸਾਈਡ ਆਇਨ ਆਕਸੀਜਨ ਦਾ ਐਟੋਮਿਕ ਨੰਬਰ 8 -2 ਦਾ ਮਤਲਬ ਇਹਨੇ 2 ਇਲੈਕਟ੍ਰੋਨ ਗੇਨ ਕਰ ਲਏ ਤੇ ਕਿੰਨੇ ਹੋ ਗਏ 10 ਇਹ ਦੇਖੋ ਇਹਨਾਂ ਦੋਨਾਂ ਦੇ ਵਿੱਚ ਕੀ ਆ ਗਿਆ ਸੇਮ ਨੰਬਰ ਆਫ ਇਲੈਕਟ੍ਰੋਨਸ ਇਹਦਾ ਮਤਲਬ ਮੇਰਾ ਆਨਸਰ ਤੇ ਇਹੀ ਲੱਗ ਰਿਹਾ ਬਾਕੀ ਵੀ ਚੈੱਕ ਕਰ ਲੈਂਦੇ ਆ C ਵਾਲਾ ਆਪਸ਼ਨ ਐਲੂਮੀਨੀਅਮ +3 13 ਹੁੰਦਾ ਹੈ ਦਾ ਐਟੋਮਿਕ ਨੰਬਰ ਇਹ ਚੋਂ 3 ਇਲੈਕਟ੍ਰੋਨ ਮਾਈਨਸ ਕਰਤੇ ਕਿਉਂਕਿ ਪੋਜ਼ਿਟਿਵ ਚਾਰਜ ਹੈ ਇਹਦਾ ਮਤਲਬ ਇਲੈਕਟ੍ਰੋਨ ਨਿਕਲ ਗਏ ਤੇ ਕਿੰਨਾ ਆ ਗਿਆ 10 ਤੇ ਕਲੋਰੀਨ -1 ਇਹਦਾ ਹੁੰਦਾ 17 -1 ਦਾ ਮਤਲਬ ਹੈ ਇੱਕ ਲੈ ਲਿਆ ਤੇ ਟੋਟਲ ਇਲੈਕਟ੍ਰੋਨਸ ਕਿੰਨੇ ਹੋ ਗਏ 18 ਇਹਦਾ ਮਤਲਬ ਇਹ ਵੀ ਨਹੀਂ ਹੈ ਚੌਥਾ ਆਪਸ਼ਨ ਪੋਟਾਸ਼ੀਅਮ 19 ਹੁੰਦਾ ਇਹਦਾ ਐਟੋਮਿਕ ਨੰਬਰ -1 ਕਿੰਨਾ ਆ ਗਿਆ 18 ਤੇ ਦੂਸਰਾ ਕੀ ਹੈ ਨਿਓਨ ਦਾ ਹੁੰਦਾ 10 ਇਹਦਾ ਮਤਲਬ ਇਹ ਵੀ ਆਪਸ਼ਨ ਗਲਤ ਹੈ ਸੋ ਤੁਹਾਡਾ ਸਹੀ ਆਪਸ਼ਨ ਕੀ ਹੈ B ਇਸ ਤਰੀਕੇ ਦੇ ਨਾਲ ਇਹਨੂੰ ਕੈਲਕੂਲੇਟ ਕਰਨਾ ਰੱਟਾ ਨਹੀਂ ਲਗਾਣਾ ਨੈਕਸਟ ਕੁਐਸਚਨ the atoms of elements having same difference between mass number and atomic number are called ਮੈਂ ਤੁਹਾਨੂੰ ਹੁਣੇ ਦੱਸਿਆ ਸੀਗਾ ਕਿ mass number ਕੀ ਹੁੰਦਾ A ਤੇ atomic number ਕੀ ਹੁੰਦਾ Z ਤੇ ਕਹਿੰਦਾ ਦੋਨਾਂ ਦਾ ਡਿਫਰੈਂਸ ਇਹ ਕੀ ਦੱਸਿਆ ਸੀਗਾ ਕਿਹਦੇ ਬਰਾਬਰ ਹੈ ਨੰਬਰ ਆਫ ਨਿਊਟਰੋਨਸ ਦੇ ਠੀਕ ਹੈ ਇਹਦਾ ਮਤਲਬ ਹੈ ਕਿ ਕੁਐਸਚਨ ਕੀ ਹੋ ਗਿਆ ਕਿ atoms of element having same difference between mass number and atomic number मतलब having same number of neutrons जिन्ना च न्यूट्रॉन सेम ਹੁੰਦਾ ਉਹਨਾਂ ਨੂੰ ਅਸੀਂ ਕਹਿੰਦੇ ਆ ਆਈਸੋਟੋਨਸ
ठीक है, उन्होंने असीं कहने आ आइसोटोन्स। आइसोबार्स की हुंदे आ? आइसोबार्स हुंदे आ जिन्हां दे विच सेम एटॉमिक मास होएगा, डिफरेंट एटॉमिक नंबर होएगा। आइसोटोप्स हुंदे आ, मैं नीचे कर दिंदी आ, आइसोटोप्स हुंदे आ जिन्हां च सेम एटॉमिक नंबर होएगा, डिफरेंट एटॉमिक मास होएगा। हुण ए दे नाल कंफ्यूज ना करियो, ए की हुंदा तुहाडा मास नंबर ते एटॉमिक नंबर हुंदा है Z। नेक्स्ट क्वेश्चन, द केमिकल कंपोनेंट दैट इज प्रेजेंट इन ऑल वायरसेस इज, सारे वायरसेस दे विच की हुंदा है? देखो सारे वायरसेस च केड़ा केमिकल कंपोनेंट हुंदा? प्रोटीन। ठीक है, प्रोटीन हुंदा इहदे च। नेक्स्ट, द स्मॉलेस्ट नॉन प्रोकैरियोटिक ऑर्गेनिज्म, प्रोकैरियोटिक ऑर्गेनिज्म जड़ा वै उहदे विच सब तो छोटा केड़ा हुंदा है? वो हुंदा है माइकोप्लाज्मा। ए तुहानू याद ही रखने पैने हैं। ठीक है, अगला क्वेश्चन है स्लिपर एनिमल क्यूल, जिन्हों असीं स्लिपर एनिमल्स दे नाल ना जानने आ, ऐदां दी स्ट्रक्चर हुंदी है। ठीक है, मैं बाहर आउटलाइन बनाती है। ठीक है, यह केड़ा हुंदा है? पैरामीशियम, ए याद रख लियो। ठीक है, स्लिपर टाइप जड़ा होएगा वो की है? पैरामीशियम। अगला, व्हाट डू यू मीन बाय द स्टडी ऑफ फंजाई? फंजाई दी स्टडी नू असीं कहने आ माइकोलॉजी। पैरासिटोलॉजी की है? स्टडी ऑफ पैरासाइट्स। ठीक है, पैरासाइट्स की स्टडी। बैक्टीरियोलॉजी की है? बैक्टीरिया की स्टडी, किस तरह का बैक्टीरिया वो किहदे ते एक्ट करेगा ते की करेगा। इकोलॉजी जिहड़ी है वो की हुंदी है? इकोलॉजी इज स्टडी ऑफ ऑर्गेनिज्म, स्टडी ऑफ ऑर्गेनिज्म एंड देयर इंटरैक्शन, ते उन्हां दी इंटरैक्शन उन्हां दे एनवायरनमेंट दे नाल, इंटरैक्शन विद देयर एनवायरनमेंट, कि उन्हां दे एनवायरनमेंट दा उन्हां दे उपर की प्रभाव पैंदा है। ठीक है, उन्हों वो स्टडी नू असी उस ब्रांच नू असी की कहने आ? इकोलॉजी। ठीक है, नेक्स्ट क्वेश्चन, कैल्प कहंदा की हुंदा है? कैल्प सल्फाइड मिनरल है आयरन दा, पार्शियली डीकंपोज्ड वेजिटेशन है, सीवीड्स रिच इन आयोडीन कंटेंट है, एन एल्यूमीनियम सिलिकेट मिनरल है। यह की हुंदा? सीवीड्स, समुंदर दे विच हुंदे है। ठीक है, सीवीड्स जिन्हां तो सानू की मिलती है? आयोडीन मिलती है। ठीक है, उन्होंने असी की कहने? कैल्प, याद रख लियो। नेक्स्ट क्वेश्चन, विच ऑफ द फॉलोइंग इज कॉमनली नोन एज पॉन्ड सिल्क? तुसीं देखिया होएगा पॉन्ड, तलाब दे विच काई जी जम्मी हुंदी है हरे हरे कलर दी जिहड़ी फ्लोट कर रही हुंदी है। ठीक है, पॉन्ड सिल्क किन्नू कहंदे हो? उत्थे स्लिपरी हो जांदा सारा, स्पाइरो गायरा हुंदा वो। ठीक है, उसनू असीं की कहने आ? स्पाइरो गायरा। अगला क्वेश्चन है द स्मॉलेस्ट फ्लावरिंग प्लांट, सब तो छोटा फ्लावरिंग प्लांट इन्हां चों केड़ा है? वॉल्फिया है, लैमा है, एजोला है कि फाइकस है? ठीक है, सो यह हुंदा है वॉल्फिया, सब तो छोटा प्लांट है जिन्हों फुल लगते हैं। नेक्स्ट, टॉलेस्ट एंड थिकेस्ट टाइप ऑफ ग्रास, सब तो कहंदा लंबा ते थिक ग्रास जड़ा वा उन्हां चों केड़ा है? बैम्बू। ठीक है, देखिया होएगा बैम्बू प्लांट। ठीक है, सो बैम्बू है द आंसर। नेक्स्ट क्वेश्चन, एंटमोलॉजी इज द स्टडी ऑफ, एंटमोलॉजी कहंदा किहदी स्टडी है? बर्ड्स दी, इंसैक्ट दी, फॉसिल्स दी के फंजाई दी? ठीक है, सो इंसैक्ट्स की स्टडी नू असी की कहने आ? एंटमोलॉजी। हुण बर्ड्स की स्टडी नू की कहंदे हो? ऑर्निथोलॉजी। ए याद रख लियो, कुछ टर्म्स है ऑर्निथोलॉजी, जे ए वर्ड आ जाए तो यह किहदी हुंदी है? स्टडी ऑफ बर्ड्स। फॉसिल्स की स्टडी नू असी कहने आ? पेलियोंटोलॉजी, पेलियन। ठीक है, फंजाई दी तुसी कर ही चुके हो हुणे, की हुंदी है? माइकोलॉजी। ठीक है, सो ਇਹ ਸੀਗਾ ਤੁਹਾਡੇ ਅੱਜ ਦੇ ਅਸਾਈਨਮੈਂਟਸ, ਅਸੀਂ 30 ਕੁਐਸਚਨਸ ਕੀਤੇ। ਨੈਕਸਟ ਅਸਾਈਨਮੈਂਟ ਲੈ ਕੇ ਫਿਰ ਹਾਜ਼ਰ ਹੋਵਾਂਗੇ, ਵਿੱਚ ਫਿਰ ਬਹੁਤ ਵਧੀਆ ਵਧੀਆ ਕੁਐਸਚਨ ਕਰਾਂਗੇ ਤੁਹਾਡੇ। ਠੀਕ ਹੈ, ਤੇ ਉਦੋਂ ਤੱਕ ਵੇਟ ਕਰੋ ਸਾਡੇ ਅਗਲੇ ਲੈਕਚਰ ਲਈ। ਠੀਕ ਹੈ, ਤੇ ਸਾਡੇ ਚੈਨਲ YouTube ਚੈਨਲ ਐਜੂਕੇਸ਼ਨ ਵਰਡ EW ਤੇ ਬਨੇ ਰਹੋ। ਆਪਣੇ ਹੋਰ ਵੀ ਫਰੈਂਡਸ ਜਿਨ੍ਹਾਂ ਨੇ ਹਜੇ ਤੱਕ ਸਾਡਾ ਚੈਨਲ ਜੁਆਇਨ ਨਹੀਂ ਕੀਤਾ ਉਹਨਾਂ ਨੂੰ ਪਲੀਜ਼ ਕਹੋ ਕਿ ਸਾਡਾ ਚੈਨਲ ਲਾਈਕ ਸਬਸਕ੍ਰਾਈਬ ਕਰਨ ਤਾਂ ਕਿ ਉਹ ਵੀ ਇਹਦਾ ਫਾਇਦਾ ਲੈ ਸਕਣ। Thank you very much.